ਇਸ ਹਫ਼ਤੇ ਦੇ ਆਖਰੀ ਲੈਕਚਰ ਵਿੱਚ ਸਵਾਗਤ ਹੈ। ਇਸ ਲੈਕਚਰ ਵਿੱਚ ਆਓ ਅਸੀਂ ਮੈਟ੍ਰਿਕਸ ਮੈਥਡ ਦੀ ਵਰਤੋਂ ਕਰਕੇ ਕੁਝ ਪ੍ਰੋਬਲਮ ਕਰੀਏ। ਮੈਂ ਜਲਦੀ ਨਾਲ ਤੁਹਾਨੂੰ ਯਾਦ ਦਿਵਾਉਂਦਾ ਹਾਂ ਕਿ ਹੋਮੋਜੀਨੀਅਸ ਮੀਡੀਅਮ ਵਿੱਚ ਇੱਕ ਕਿਰਨ ਦੇਖ ਕੇ ਅਸੀਂ ਪਿਛਲੀ ਕਲਾਸ ਵਿੱਚ ਕੀ ਕੀਤਾ ਸੀ, ਉਦਾਹਰਣ ਵਜੋਂ ਜਿਸ ਤਰ੍ਹਾਂ ਦੀ ਮੈਂ ਇੱਥੇ ਸਕਰੀਨ ਤੇ ਦਿਖਾਈ ਹੈ। ਪੁਆਇੰਟ P ਨੂੰ ਕੋਆਰਡੀਨੇਟ ਦੇ ਇਸ ਸੈੱਟ ਦੁਆਰਾ ਦਰਸਾਇਆ ਜਾਂਦਾ ਹੈ। x1 α1 x1 ਐਕਸਿਸ ਤੋਂ ਮਾਪਿਆ ਗਿਆ ਉਚਾਈ ਦਾ ਡਿਸਟੈਂਸ ਹੈ, ਜੋ ਕਿ ਇੱਥੇ ਰੈੱਡ ਲਾਈਨ ਹੈ, ਅਤੇ α1 ਐਂਗਲ ਹੈ। ਇਸ ਲਈ ਆਈਡੀਅਲੀ ਮੈਂ tan α1 ਦੀ ਵਰਤੋਂ ਕਰਨਾ ਚਾਹਾਂਗਾ। ਹਾਲਾਂਕਿ ਕਿਉਂਕਿ ਅਸੀਂ ਪੈਰੋਕਸੀਅਲ ਅਪਰੋਕਸੀਮੇਸ਼ਨ ਵਿੱਚ ਕੰਮ ਕਰ ਰਹੇ ਹਾਂ, tan α1 ਹੈ, ਇਸ ਲਈ ਇਹ ਸਾਡੇ ਲਈ ਕਾਫੀ ਹੈ। ਜਿਸਦਾ ਅਸੀਂ ਅਸਲ ਵਿੱਚ ਅਭਿਆਸ ਵਿੱਚ ਉਪਯੋਗ ਕੀਤਾ ਸੀ ਉਹ ਇੱਕ ਕੁਆਂਟੀਟੀ ਸੀ ਜਿਸਨੂੰ λ1 ਕਿਹਾ ਜਾਂਦਾ ਹੈ, ਜੋ ਕਿ μ1 α1 ਹੈ। ਤਾਂ ਤੁਸੀਂ ਦੇਖ ਸਕਦੇ ਹੋ ਕਿ ਇਹ μ1 tan α1 ਹੋਣਾ ਚਾਹੀਦਾ ਸੀ। ਦੁਬਾਰਾ ਪੈਰੋਕਸੀਅਲ ਅਪਰੋਕਸੀਮੇਸ਼ਨ ਵਿੱਚ ਇਹ μ1 α1 ਹੈ। ਇਸਨੂੰ ਅਕਸਰ ਇੱਕ ਕਿਰਨ ਲਈ ਡਾਇਰੈਕਸ਼ਨ ਕੋਸਾਈਨ ਕਿਹਾ ਜਾਂਦਾ ਹੈ। ਇਸ ਦੀ ਵਰਤੋਂ ਕਰਦੇ ਹੋਏ ਅਸੀਂ ਇਸ ਇਕੁਏਸ਼ਨ ਨੂੰ ਪੁਆਇੰਟ P ਤੋਂ ਪੁਆਇੰਟ Q ਤੱਕ ਰੇ ਦੇ ਟਰਾਂਸਲੇਸ਼ਨ ਲਈ ਲਿਖਿਆ ਹੈ। ਪੁਆਇੰਟ Q ਤੇ ਕੋਆਰਡੀਨੇਟਸ ਨੂੰ λ2 x2 ਦੁਆਰਾ ਦਰਸਾਇਆ ਗਿਆ ਹੈ, ਅਤੇ ਇਨੀਸ਼ੀਅਲ ਪੁਆਇੰਟ P ਨੂੰ λ1 x1 ਦੁਆਰਾ ਦਰਸਾਇਆ ਗਿਆ ਹੈ। ਤਾਂ ਤੁਸੀਂ ਇਹ ਜਾਣਨਾ ਚਾਹੁੰਦੇ ਹੋ ਕਿ ਇੱਕ ਤੋਂ ਦੂਜੇ ਤੱਕ ਕਿਵੇਂ ਜਾਣਾ ਹੈ। ਦੂਜੇ ਸ਼ਬਦਾਂ ਵਿੱਚ λ1 x1 ਦਿੱਤਾ ਗਿਆ ਹੈ, ਅੱਗੇ ਮੈਂ λ2 x2 ਤੇ ਕਿਵੇਂ ਜਾ ਸਕਦਾ ਹਾਂ। ਇਹ ਇਸ ਸੋਲਿਊਸ਼ਨ ਦੁਆਰਾ ਇਸ ਮੈਟ੍ਰਿਕਸ ਦੇ ਰੂਪ ਵਿੱਚ ਪ੍ਰਦਾਨ ਕੀਤਾ ਗਿਆ ਹੈ, ਅਤੇ ਇਸੇ ਤਰ੍ਹਾਂ ਰਿਫਰੈਕਸ਼ਨ ਦੇ ਕੇਸ ਲਈ ਇੱਕ ਸਿਮਿਲਰ ਮੈਟ੍ਰਿਕਸ ਤਿਆਰ ਕੀਤਾ ਜਾ ਸਕਦਾ ਹੈ। ਇਸ ਲਈ ਕਲਪਨਾ ਕਰੋ ਕਿ ਮੇਰੇ ਕੋਲ ਇਹ ਰਿਫਰੈਕਟਿੰਗ ਸਰਫੇਸ ਹੈ, ਜੋ ਤੁਹਾਡੀ ਸਕਰੀਨ ਤੇ ਦਿਖਾਈ ਗਈ ਹੈ। ਇੱਥੇ ਇੱਕ ਆਉਣ ਵਾਲੀ ਇਨਸੀਡੈਂਟ ਰੇ ਹੁੰਦੀ ਹੈ, ਜੋ ਦੂਜੇ ਮੀਡੀਅਮ ਵਿੱਚ ਜਾਣ ਤੇ ਰਿਫਰੈਕਟਡ ਬੇਂਡ ਹੋ ਜਾਂਦੀ ਹੈ। ਫਿਰ ਤੁਸੀਂ ਇਹਨਾਂ ਸਾਰੇ ਐਂਗਲਾਂ ਇਨਸੀਡੈਂਸ ਦੇ ਐਂਗਲ, ਰਿਫਰੈਕਸ਼ਨ ਦੇ ਐਂਗਲ ਨੂੰ ਪਰਿਭਾਸ਼ਿਤ ਕਰਦੇ ਹੋ, ਰਿਫਰੈਕਸ਼ਨ ਦੇ ਨਿਯਮ ਦੀ ਵਰਤੋਂ ਕਰਦੇ ਹੋ, ਤਾਂ ਤੁਸੀਂ ਇਹ ਸਭ ਕਰ ਸਕਦੇ ਹੋ ਅਤੇ ਅੰਤ ਵਿੱਚ ਤੁਸੀਂ ਇਸ ਮੈਟ੍ਰਿਕਸ ਇਕੁਏਸ਼ਨ ਨਾਲ ਸਮਾਪਤ ਕਰਦੇ ਹੋ। x2 λ2 ਰਿਫਰੈਕਸ਼ਨ ਤੋਂ ਬਾਅਦ ਦਾ ਪੁਆਇੰਟ ਹੈ। ਤੁਸੀਂ ਕਲਪਨਾ ਕਰ ਸਕਦੇ ਹੋ ਕਿ x1 λ1 ਨੂੰ ਰਿਫਰੈਕਸ਼ਨ ਤੋਂ ਪਹਿਲਾਂ ਇੱਕ ਪੁਆਇੰਟ ਹੋਣਾ ਚਾਹੀਦਾ ਹੈ, ਜੋ ਕਿ ਰਿਫਰੈਕਸ਼ਨ ਹੋਣ ਤੋਂ ਠੀਕ ਪਹਿਲਾਂ ਉਚਿਤ ਤਰੀਕੇ ਨਾਲ ਹੁੰਦਾ ਹੈ, ਅਤੇ x2 λ2 ਕਾਰਵਾਈ ਹੋਣ ਤੋਂ ਤੁਰੰਤ ਬਾਅਦ ਕੁਝ ਪੁਆਇੰਟ ਹੁੰਦੇ ਹਨ, ਅਤੇ ਉਹ ਇਸ ਮੈਟ੍ਰਿਕਸ S ਦੁਆਰਾ ਸੰਬੰਧਿਤ ਹੁੰਦੇ ਹਨ। ਸਪਸ਼ਟ ਰੂਪ ਵਿੱਚ ਇੱਥੇ ਤੁਸੀਂ ਦੇਖੋਗੇ ਕਿ ਕਿਉਂਕਿ x1 ਅਤੇ x2 ਉਸ ਪੁਆਇੰਟ ਦੇ ਦੋਵੇਂ ਪਾਸੇ ਦੋ ਪੁਆਇੰਟ ਹਨ ਜਿੱਥੇ ਰਿਫਰੈਕਸ਼ਨ ਹੁੰਦਾ ਹੈ, ਅਤੇ ਉਹ ਇੱਕ ਦੂਜੇ ਦੇ ਬਹੁਤ ਨੇੜੇ ਹਨ। ਦੂਜਾ ਤੁਸੀਂ x1 ਅਤੇ x2 ਲੈ ਸਕਦੇ ਹੋ ਜੋ ਕਿ ਐਕਸਿਸ ਤੋਂ ਉਚਾਈ ਹੈ। ਇੱਥੇ ਰੈੱਡ ਲਾਈਨ ਖੁਦ x ਹੈ। ਬੇਸਿਕਲੀ ਇਹ ਸਟੇਟਮੈਂਟ ਕਿ x1 x2 ਹੈ, ਇਹ ਮੈਟ੍ਰਿਕਸ S ਰਿਫਰੈਕਸ਼ਨ ਦੇ ਇਫੈਕਟ ਨੂੰ ਕੈਪਚਰ ਕਰਦਾ ਹੈ। ਇੱਥੇ λ1 x1 ਤੁਹਾਡਾ ਇਨੀਸ਼ੀਅਲ ਕੋਆਰਡੀਨੇਟ ਹੈ, ਅਤੇ ਫਿਰ ਕਿਰਨ ਆਪਟਿਕਸ ਦੇ ਇੱਕ ਸਿਸਟਮ ਵਿੱਚੋਂ ਗੁਜ਼ਰਦੀ ਹੈ ਜਿੱਥੇ ਬਹੁਤ ਸਾਰੀਆਂ ਚੀਜ਼ਾਂ ਹੋ ਸਕਦੀਆਂ ਹਨ, ਟਰਾਂਸਲੇਸ਼ਨਸ, ਰਿਫਰੈਕਸ਼ਨਸ, ਉਹਨਾਂ ਵਿੱਚੋਂ ਕਈ ਕਿਸੇ ਵੀ ਕ੍ਰਮ ਵਿੱਚ ਹੁੰਦੀਆਂ ਹਨ, ਅਤੇ ਅੰਤ ਵਿੱਚ ਜਦੋਂ ਇਹ ਬਾਹਰ ਆਉਂਦੀ ਹੈ ਤਾਂ ਤੁਸੀਂ ਇਸ ਨੂੰ λ2 x2 ਦੁਆਰਾ ਦਰਸਾਉਂਦੇ ਹੋ। ਹੁਣ λ1 x1 λ2 x2 ਨਾਲ ਕਿਵੇਂ ਸੰਬੰਧਿਤ ਹੈ, ਇਹ ਸਵਾਲ ਹੈ। ਆਮ ਤੌਰ ਤੇ ਬਿਨਾਂ ਕੁਝ ਕੀਤੇ ਮੈਂ ਇਸ ਲਈ ਕਰ ਸਕਦਾ ਹਾਂ ਕਿ ਤੁਹਾਡੇ ਓਪਟੀਕਲ ਸਿਸਟਮ ਦੇ ਅੰਦਰ ਜੋ ਕੁਝ ਵੀ ਵਾਪਰਦਾ ਹੈ ਉਹ ਇਸ ਮੈਟ੍ਰਿਕਸ ਵਿੱਚ ਇੱਕ ਤਰ੍ਹਾਂ ਨਾਲ ਐਨਕੋਡ ਕੀਤਾ ਜਾਂਦਾ ਹੈ। ਇਸ ਮੈਟ੍ਰਿਕਸ ਦਾ ਡਿਟਰਮੀਨੈਂਟ, ਇਸ ਲਈ ਜੇਕਰ ਮੈਂ ਇਸ ਨੂੰ ਮੈਟ੍ਰਿਕਸ S ਕਹਿੰਦਾ ਹਾਂ ਤਾਂ ਇਸ ਮੈਟ੍ਰਿਕਸ ਦਾ ਡਿਟਰਮੀਨੈਂਟ 1 ਹੈ। ਪਹਿਲੀ ਪ੍ਰੋਬਲਮ ਉਹ ਹੈ ਜੋ ਅਸੀਂ ਪਹਿਲਾਂ ਸਟੈਂਡਰਡ ਮੈਥਡ ਦੀ ਵਰਤੋਂ ਕਰਕੇ ਕੀਤੀ ਸੀ। ਮੈਨੂੰ ਪ੍ਰੋਬਲਮ ਨੂੰ ਦੁਬਾਰਾ ਬਿਆਨ ਕਰਨ ਦਿਓ। ਮੰਨ ਲਓ ਕਿ ਮੇਰੇ ਕੋਲ ਇਹ ਰਿਫਰੈਕਟਿੰਗ ਸਰਫੇਸ ਹੈ ਅਤੇ ਇਹ ਬੇਸ਼ੱਕ ਮੇਰੇ ਲਈ ਐਕਸਿਸ ਨੂੰ ਪਰਿਭਾਸ਼ਿਤ ਕਰਦੀ ਹੈ, ਅਤੇ ਮੇਰੇ ਕੋਲ ਇੱਥੇ O ਤੇ ਇੱਕ ਆਬਜੈਕਟ ਹੈ। ਮੈਂ ਇਸ ਆਬਜੈਕਟ ਨੂੰ λ1 x1 ਦੁਆਰਾ ਦਰਸਾਉਣ ਜਾ ਰਿਹਾ ਹਾਂ। ਕਿਰਨ ਜਾਂਦੀ ਹੈ ਅਤੇ ਰਿਫਰੈਕਟਿੰਗ ਸਰਫੇਸ ਨਾਲ ਟਕਰਾਉਂਦੀ ਹੈ, ਅਤੇ ਰਿਫਰੈਕਟਡ ਹੋ ਜਾਂਦੀ ਹੈ, ਅਤੇ ਕਿਸੇ ਹੋਰ ਪੁਆਇੰਟ ਤੇ ਪਹੁੰਚ ਜਾਂਦੀ ਹੈ ਜਿਸ ਨੂੰ ਮੈਂ I ਕਹਾਂਗਾ, ਅਤੇ ਇਸ ਨੂੰ λ2 x2 ਦੁਆਰਾ ਦਰਸਾਇਆ ਜਾਂਦਾ ਹੈ। ਅਸੀਂ ਦੋਵੇਂ ਪਾਸੇ ਰਿਫਰੈਕਟਿੰਗ ਸਰਫੇਸ ਦੇ ਬਹੁਤ ਨੇੜੇ ਦੋ ਹੋਰ ਪੁਆਇੰਟ ਦੀ ਵੀ ਪਛਾਣ ਕਰਾਂਗੇ। ਇੱਕ ਜੋ ਰਿਫਰੈਕਸ਼ਨ ਹੋਣ ਤੋਂ ਠੀਕ ਪਹਿਲਾਂ ਹੈ, ਮੈਂ ਇਸ ਨੂੰ A' ਕਹਾਂਗਾ,
ਅਤੇ ਦੂਸਰਾ ਜਿਸ ਨੂੰ ਮੈਂ A ਡਬਲ ਪ੍ਰਾਈਮ ਕਹਾਂਗਾ। ਆਬਜੈਕਟ ਪੋਜੀਸ਼ਨ O ਤੇ ਹੈ, ਕੋਆਰਡੀਨੇਟ ਲੈਂਬਡਾ 1 x1 ਦੁਆਰਾ ਦਰਸਾਇਆ ਗਿਆ ਹੈ। ਇਹ ਜਾਂਦਾ ਹੈ ਅਤੇ ਰਿਫਰੈਕਟਿੰਗ ਸਰਫੇਸ ਨਾਲ ਟਕਰਾਉਂਦਾ ਹੈ। ਮੈਂ ਇਸ ਡਿਸਟੈਂਸ ਨੂੰ U ਕਹਾਂਗਾ, ਅਤੇ ਕਿਉਂਕਿ ਇਸ ਪੁਆਇੰਟ P ਦੇ ਖੱਬੇ ਪਾਸੇ ਦਾ ਡਿਸਟੈਂਸ ਇੱਥੇ ਹੈ, ਮੈਂ ਇਸ ਨੂੰ ਇੱਕ ਮਾਈਨਸ ਸਾਈਨ ਦੇਵਾਂਗਾ, ਅਤੇ P ਤੋਂ ਇਸ ਪੁਆਇੰਟ ਇਮੇਜ I ਤੱਕ ਦੇ ਡਿਸਟੈਂਸ ਨੂੰ ਮੈਂ ਵੀ ਕਹਾਂਗਾ ਕਿਉਂਕਿ x2 ਇਮੇਜ ਦੀ ਉਚਾਈ ਹੈ, ਪੁਆਇੰਟ I ਤੇ ਅਤੇ ਆਬਜੈਕਟ ਦੀ ਉਚਾਈ O ਤੇ x1 ਹੈ। ਇਸ ਲਈ ਜਦੋਂ ਤੁਸੀਂ ਇਮੇਜ ਦੀ ਉਚਾਈ ਨੂੰ ਆਬਜੈਕਟ ਦੀ ਉਚਾਈ ਨਾਲ ਡਿਵਾਈਡ ਕਰਦੇ ਹੋ ਤਾਂ ਤੁਹਾਨੂੰ ਮੈਗਨੀਫਿਕੇਸ਼ਨ ਪ੍ਰਾਪਤ ਹੁੰਦੀ ਹੈ। ਇਹ ਕੇਵਲ x2 ਬਾਏ x1 ਹੈ। ਇੱਕ ਵਾਰ ਜਦੋਂ ਮੈਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਦੋਵੇਂ ਕਿਵੇਂ ਸੰਬੰਧਿਤ ਹਨ, ਤਾਂ ਅਸੀਂ ਅਜਿਹੀ ਬਹੁਤ ਸਾਰੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ। ਅਤੇ ਇੱਥੋਂ ਮੇਰੇ ਕੋਲ ਇੱਕ ਹੋਰ ਕੋਆਰਡੀਨੇਟ ਹੈ ਜੋ ਕਿ ਲੈਂਬਡਾ ਪ੍ਰਾਈਮ x ਪ੍ਰਾਈਮ ਹੈ, ਜੋ ਰਿਫਰੈਕਸ਼ਨ ਹੋਣ ਤੋਂ ਠੀਕ ਪਹਿਲਾਂ ਹੈ, ਅਤੇ ਰਿਫਰੈਕਸ਼ਨ ਹੋਣ ਤੋਂ ਠੀਕ ਬਾਅਦ ਕੋਆਰਡੀਨੇਟ ਲੈਂਬਡਾ ਡਬਲ ਪ੍ਰਾਈਮ x ਡਬਲ ਪ੍ਰਾਈਮ ਹੁੰਦਾ ਹੈ। ਅਤੇ ਇੱਥੋਂ ਅੰਤ ਵਿੱਚ ਮੈਂ ਆਖਰੀ ਪੁਆਇੰਟ ਤੇ ਜਾਂਦਾ ਹਾਂ ਜਿੱਥੇ ਕੋਆਰਡੀਨੇਟ ਲੈਂਬਡਾ 2 x2 ਹੁੰਦੇ ਹਨ। ਲੈਂਬਡਾ 1 x1 2 ਲੈਂਬਡਾ ਪ੍ਰਾਈਮ x ਪ੍ਰਾਈਮ ਤੋਂ ਜਾਣਾ ਇਹ ਇੱਕ ਟਰਾਂਸਲੇਸ਼ਨ ਹੈ, ਅਤੇ ਲੈਂਬਡਾ ਪ੍ਰਾਈਮ x ਪ੍ਰਾਈਮ 2 ਲੈਂਬਡਾ ਡਬਲ ਪ੍ਰਾਈਮ x ਡਬਲ ਪ੍ਰਾਈਮ ਤੋਂ ਜੋ ਕਿ ਇਹ ਹੈ। ਇਹ ਇੱਕ ਫਰੈਕਸ਼ਨ ਹੈ, ਅਤੇ ਦੁਬਾਰਾ ਲੈਂਬਡਾ ਡਬਲ ਪ੍ਰਾਈਮ x ਡਬਲ ਪ੍ਰਾਈਮ 2 ਲੈਂਬਡਾ 2 x2 ਤੋਂ ਜਾਣਾ ਮੇਰਾ ਟਰਾਂਸਲੇਸ਼ਨ ਹੈ। ਮੇਰੇ ਕੋਲ ਇੱਕ ਟਰਾਂਸਲੇਸ਼ਨ ਹੈ, ਇੱਕ ਰਿਫਰੈਕਸ਼ਨ ਅਤੇ ਇੱਕ ਟਰਾਂਸਲੇਸ਼ਨ ਹੈ। ਮੈਂ ਜਾਣਦਾ ਹਾਂ ਕਿ ਕਿਸ ਤਰ੍ਹਾਂ ਦੇ ਮੈਟ੍ਰਿਸਿਜ਼ ਮੈਨੂੰ ਇੱਕ ਤੋਂ ਦੂਜੇ ਤੱਕ ਲੈ ਜਾਣਗੇ। ਇਹਨਾਂ ਕੈਲਕੁਲੇਸ਼ਨਸ ਨੂੰ ਕਰਨਾ ਵਧੇਰੇ ਆਸਾਨ ਹੈ। ਆਓ ਪਹਿਲਾਂ ਲੈਂਬਡਾ ਪ੍ਰਾਈਮ x ਪ੍ਰਾਈਮ 2 ਲੈਂਬਡਾ 1 x1 ਨਾਲ ਸੰਬੰਧਿਤ ਕਰੀਏ ਅਤੇ ਮੈਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਅਸੀਂ ਇੱਕ ਮੀਡੀਅਮ ਤੋਂ ਜਾ ਰਹੇ ਹਾਂ ਜਿਸ ਨੂੰ μ1 ਦੁਆਰਾ ਦਰਸਾਇਆ ਗਿਆ ਹੈ ਅਤੇ ਦੂਜਾ ਜਿਸ ਨੂੰ μ2 ਦੁਆਰਾ ਦਰਸਾਇਆ ਗਿਆ ਹੈ। ਜਦੋਂ ਮੈਂ ਟਰਾਂਸਲੇਸ਼ਨ ਮੈਟ੍ਰਿਕਸ ਲਿਖਦਾ ਹਾਂ ਤਾਂ ਇਸ ਵਿੱਚ μ1 ਸ਼ਾਮਿਲ ਹੁੰਦਾ ਹੈ। ਮੈਂ ਪਹਿਲਾ ਭਾਗ ਕੀਤਾ ਹੈ। ਹੁਣ ਪ੍ਰਾਈਮਡ ਤੋਂ ਡਬਲ ਪ੍ਰਾਈਮਡ ਕੋਆਰਡੀਨੇਟਸ ਵਿੱਚ ਜਾ ਰਹੇ ਹਾਂ ਜਿਸ ਵਿੱਚ ਇੱਕ ਰਿਫਰੈਕਸ਼ਨ ਸ਼ਾਮਿਲ ਹੈ, ਅਤੇ ਇਹ ਇੱਕ ਵਾਰ ਫਿਰ ਰਿਫਰੈਕਸ਼ਨ ਲਈ ਇੱਕ ਮੈਟ੍ਰਿਕਸ ਬਣਨ ਜਾ ਰਿਹਾ ਹੈ। A1 1 P ਇੱਥੇ ਅਤੇ ਇੱਥੇ ਇੱਕ 0 ਹੋਵੇਗਾ। ਹੁਣ ਆਖਰੀ ਭਾਗ ਡਬਲ ਪ੍ਰਾਈਮ ਕੋਆਰਡੀਨੇਟਸ ਤੋਂ ਲੈਂਬਡਾ 2 x2 ਵਿੱਚ ਟਰਾਂਸਲੇਟ ਕਰ ਰਿਹਾ ਹੈ। ਕਿਉਂਕਿ ਇਹ ਇੱਕ ਟਰਾਂਸਲੇਸ਼ਨ ਹੈ, ਇਹ ਮੇਰੇ ਕੋਲ ਇੱਥੇ ਮੌਜੂਦ ਪਹਿਲੇ ਮੈਟ੍ਰਿਕਸ ਵਰਗਾ ਜਾਪਦਾ ਹੈ। ਇਹ 1 1 0 ਹੋਵੇਗਾ। ਹੁਣ ਇਹ ਇੱਕ ਮੀਡੀਅਮ ਵਿੱਚ ਹੋ ਰਿਹਾ ਹੈ ਜਿਸ ਦਾ ਰਿਫਰੈਕਟਿਵ ਇੰਡੈਕਸ μ2 ਹੈ ਜੋ ਕਿ V ਬਾਏ μ2 ਹੋਵੇਗਾ। ਜਿਵੇਂ ਕਿ ਤੁਸੀਂ ਇੱਥੇ ਦੇਖ ਸਕਦੇ ਹੋ, ਤੁਸੀਂ ਇੱਥੇ ਆਖਰੀ ਇਕੁਏਸ਼ਨ ਨੂੰ ਵੇਖਦੇ ਹੋ ਜੋ ਕਿ ਇਹ ਹੈ। ਹੁਣ ਇੱਥੇ ਮੇਰੇ ਕੋਲ ਲੈਂਬਡਾ ਡਬਲ ਪ੍ਰਾਈਮ x ਡਬਲ ਪ੍ਰਾਈਮ ਹੈ, ਅਤੇ ਮੈਂ ਇੱਥੋਂ ਇਸ ਵੈਕਟਰ ਦਾ ਸਬਸਟੀਟਿਊਟ ਹਾਂ ਜੋ ਇਹ ਹੈ। ਇੱਥੇ ਮੇਰੇ ਕੋਲ ਲੈਂਬਡਾ ਪ੍ਰਾਈਮ x ਪ੍ਰਾਈਮ ਵੈਕਟਰ ਹੈ ਜਿਸ ਨੂੰ ਇਸ ਇਕੁਏਸ਼ਨ ਤੋਂ ਸਬਸਟੀਟਿਊਟ ਕੀਤਾ ਜਾ ਸਕਦਾ ਹੈ। ਜੇ ਮੈਂ ਕ੍ਰਮਵਾਰ ਅਜਿਹਾ ਕਰਦਾ ਹਾਂ ਤਾਂ ਮੈਂ ਲੈਂਬਡਾ 2 x2 2 ਲੈਂਬਡਾ 1 x1 ਨਾਲ ਰਿਲੇਟ ਕਰ ਸਕਦਾ ਹਾਂ। ਮੈਨੂੰ ਉਹ ਇਕੁਏਸ਼ਨ ਲਿਖਣ ਦਿਓ। ਹੁਣ ਇਸ ਨੂੰ ਵਧੇਰੇ ਸਰਲ ਇਕੁਏਸ਼ਨ ਬਣਾਉਣ ਲਈ ਮੈਨੂੰ ਸਿਰਫ ਇਹਨਾਂ ਤਿੰਨਾਂ ਮੈਟ੍ਰਿਸਿਜ਼ ਨੂੰ ਇਕੱਠਿਆਂ ਮਲਟੀਪਲਾਈ ਕਰਨ ਦੀ ਲੋੜ ਹੈ। ਫਿਰ ਮੈਂ ਸਿੱਧੇ ਤੌਰ ਤੇ ਲੈਂਬਡਾ 2 x2 ਨੂੰ ਲੈਂਬਡਾ 1 x1 ਨਾਲ ਰਿਲੇਟ ਕਰ ਸਕਦਾ ਹਾਂ। ਮੈਨੂੰ ਨਤੀਜਾ ਲਿਖਣ ਦਿਓ। ਹੁਣ ਇਹ ਸਿੱਧੇ ਤੌਰ ਤੇ ਲੈਂਬਡਾ 2 x2 2 ਲੈਂਬਡਾ 1 x1 ਨਾਲ ਸੰਬੰਧਿਤ ਹੈ। ਅਸੀਂ ਇਸ ਦਾ ਵਿਸ਼ਲੇਸ਼ਣ ਕਰ ਸਕਦੇ ਹਾਂ ਅਤੇ ਉਹ ਨਤੀਜੇ ਪ੍ਰਾਪਤ ਕਰ ਸਕਦੇ ਹਾਂ ਜੋ ਅਸੀਂ ਚਾਹੁੰਦੇ ਹਾਂ। ਹੁਣ ਮੇਰੇ ਕੋਲ ਇੱਕ ਰਿਲੇਸ਼ਨ ਹੈ ਜੋ ਸਿੱਧੇ ਤੌਰ ਤੇ x2 2 x1 ਨੂੰ ਜੋੜਦਾ ਹੈ। ਜੇਕਰ ਮੇਰੇ ਕੋਲ ਕੋਈ ਆਬਜੈਕਟ ਹੈ ਜੋ ਐਕਸੀਅਲ ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਜਿਸ ਦਾ ਮਤਲਬ ਹੈ ਕਿ ਇਹ ਇਸ ਰੈੱਡ ਲਾਈਨ ਦੇ ਨਾਲ ਸ਼ੁਰੂ ਹੁੰਦਾ ਹੈ, ਉਸ ਕੇਸ ਵਿੱਚ ਕੰਡੀਸ਼ਨ ਇਹ ਹੋਵੇਗੀ ਕਿ x1 0 ਹੈ। ਇਸ ਲਈ ਐਕਸਿਸ ਤੋਂ ਉਚਾਈ 0 ਹੈ। ਇਸ ਕੇਸ ਵਿੱਚ ਇਮੇਜ ਲਈ ਕੰਡੀਸ਼ਨ ਇਹ ਹੈ ਕਿ x2 0 ਹੋਣਾ ਚਾਹੀਦਾ ਹੈ। ਹੁਣ ਜੇਕਰ ਮੈਂ ਇਸ ਕੰਡੀਸ਼ਨ ਵਿੱਚ ਰੱਖਦਾ ਹਾਂ, ਜਦੋਂ
x1 0 ਹੁੰਦਾ ਹੈ ਤਾਂ ਇਹ ਟਰਮ ਪੂਰੀ ਤਰ੍ਹਾਂ ਚਲੀ ਜਾਵੇਗੀ ਅਤੇ ਜੇਕਰ x2 0 ਹੈ ਕਿਉਂਕਿ ਲੈਂਬਡਾ 1 0 ਦੇ ਬਰਾਬਰ ਨਹੀਂ ਹੈ ਤਾਂ ਇੱਕੋ ਇੱਕ ਸੰਭਾਵਨਾ ਇਹ ਹੈ ਕਿ ਇਹ ਟਰਮ 0 ਦੇ ਬਰਾਬਰ ਹੋਣੀ ਚਾਹੀਦੀ ਹੈ। ਜਿਸ ਦਾ ਮਤਲਬ ਇਹ ਹੈ ਕਿ ਛੋਟੀ ਜਿਹੀ ਮੈਨੀਪੁਲੇਸ਼ਨ ਮੈਨੂੰ ਨਿਮਨਲਿਖਤ ਨਤੀਜਾ ਦੇਵੇਗੀ, ਤਾਂ ਇਹ ਮੈਨੂੰ ਇਹ ਨਤੀਜਾ ਦਿੰਦੀ ਹੈ ਜੋ ਕਿ ਇਕੁਅਲ ਟੂ p ਹੈ, p ਕੇਵਲ ਪਾਵਰ ਹੈ ਅਤੇ ਜੇ ਤੁਹਾਨੂੰ ਯਾਦ ਹੈ ਕਿ ਇਹ ਫੋਕਲ ਲੈਂਥ ਦੇ ਉਲਟ ਹੈ ਤਾਂ ਇਹ μ2 μ1 ਡਿਵਾਈਡਡ ਬਾਏ ਰੇਡੀਅਸ ਆਫ ਕਰਵੇਚਰ ਆਫ ਰਿਫਰੈਕਟਿੰਗ ਸਰਫੇਸ ਹੈ। ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਕਿ ਅਸੀਂ ਪਹਿਲਾਂ ਜੋ ਕੁਝ ਵੀ ਪ੍ਰਾਪਤ ਕੀਤਾ ਸੀ, ਉਸ ਨਾਲ ਇਹ ਪੂਰੀ ਤਰ੍ਹਾਂ ਮੇਲ ਖਾਂਦਾ ਹੈ। ਅਸੀਂ ਇਮੇਜ ਪਲੇਨ ਜਾਂ ਇੱਥੇ ਪਰਿਭਾਸ਼ਿਤ ਕੀਤੇ ਗਏ ਪਲੇਨ ਵਿੱਚ x2 ਅਤੇ x1 ਦੇ ਵਿਚਕਾਰ ਰਿਲੇਸ਼ਨ ਪ੍ਰਾਪਤ ਕਰਨ ਲਈ ਮੈਨੂੰ ਸਿਰਫ ਉਸ ਚੀਜ਼ ਤੋਂ p ਦੇ ਸਬਸਟੀਟਿਊਟ ਦੀ ਲੋੜ ਹੈ ਜੋ ਅਸੀਂ ਹੁਣੇ ਪ੍ਰਾਪਤ ਕੀਤੀ ਸੀ, ਅਤੇ ਜੇ ਤੁਸੀਂ ਅਜਿਹਾ ਕਰਦੇ ਹੋ ਤਾਂ ਮੈਂ ਤੁਹਾਨੂੰ ਇਹ ਖੁਦ ਕਰਨ ਦੀ ਬੇਨਤੀ ਕਰਦਾ ਹਾਂ ਅਤੇ ਦੇਖੋ ਕੀ ਹੁੰਦਾ ਹੈ। ਉਹ ਪਾਰਟਿਕੂਲਰ ਐਲੀਮੈਂਟ ਮੈਟ੍ਰਿਕਸ ਵਿੱਚ 0 ਤੇ ਜਾਵੇਗਾ। ਮੈਨੂੰ ਸਿੱਧਾ ਨਤੀਜਾ ਲਿਖਣ ਦਿਓ। ਇਹ ਇਮੇਜ ਪਲੇਨ ਤੇ ਰਿਲੇਸ਼ਨ ਹੋਵੇਗਾ। ਤਾਂ ਜਿਸ ਰਿਲੇਸ਼ਨ ਦੀ ਮੈਨੂੰ ਲੋੜ ਹੈ ਉਹ x2 ਡਿਵਾਈਡਡ ਬਾਏ x1 ਹੈ। ਇਹ ਪਹਿਲਾਂ ਹੀ ਮੌਜੂਦ ਹੈ। x2 ਡਿਵਾਈਡਡ ਬਾਏ x1 ਹੈ 1 ਮਾਈਨਸ vp ਡਿਵਾਈਡਡ ਬਾਏ μ2 ਅਤੇ ਜੇਕਰ ਮੈਂ ਇੱਥੋਂ p ਲਈ ਸਬਸਟੀਟਿਊਟ ਕਰਦਾ ਹਾਂ ਜੋ ਮੇਰੇ ਕੋਲ ਹੈ, ਮੈਨੂੰ ਹੇਠਾਂ ਲਿਖਿਆ ਰਿਲੇਸ਼ਨ ਪ੍ਰਾਪਤ ਕਰਨਾ ਚਾਹੀਦਾ ਹੈ। ਇਹ ਮੇਰਾ ਮੈਗਨੀਫਿਕੇਸ਼ਨ ਹੈ। ਸਪਸ਼ਟ ਤੌਰ ਤੇ ਜੇ ਦੋਵੇਂ ਮੀਡੀਆ ਇੱਕੋ ਜਿਹੇ ਹਨ ਤਾਂ μ1 μ2 ਇੱਕੋ ਜਿਹੇ ਹੋਣਗੇ ਤਾਂ ਉਹ ਕੈਂਸਲ ਹੋ ਜਾਣਗੇ ਅਤੇ ਇਹ ਸਿਰਫ ਇਮੇਜ ਦਾ ਡਿਸਟੈਂਸ ਹੈ, ਆਬਜੈਕਟ ਦੇ ਡਿਸਟੈਂਸ ਨਾਲ ਡਿਵਾਈਡ ਕੀਤਾ ਗਿਆ। ਇੱਕ ਤਰ੍ਹਾਂ ਦਾ ਜਾਣਿਆ ਪਛਾਣਿਆ ਫਾਰਮੂਲਾ ਜੋ ਤੁਸੀਂ ਪਹਿਲਾਂ ਦੇਖਿਆ ਹੋਵੇਗਾ। ਆਓ ਹੁਣ ਅਸੀਂ ਦੋ ਰਿਫਰੈਕਟਿੰਗ ਸਰਫੇਸਿਸ ਦੀ ਪ੍ਰੋਬਲਮ ਕਰੀਏ। ਅੰਤ ਵਿੱਚ ਮੈਂ ਫਿਰ ਤੋਂ ਥਿਨ ਲੈਂਜ਼ਸ ਦੀ ਪ੍ਰੋਬਲਮ ਵੱਲ ਵਾਪਸ ਜਾਣਾ ਚਾਹਾਂਗਾ। ਸ਼ੁਰੂ ਕਰਨ ਲਈ ਮੇਰੇ ਕੋਲ ਹੇਠ ਲਿਖੀ ਸਥਿਤੀ ਹੋਵੇਗੀ। ਤਾਂ ਮੇਰੇ ਕੋਲ ਦੋ ਰਿਫਰੈਕਟਿੰਗ ਸਰਫੇਸਿਸ ਹਨ ਅਤੇ ਇਹ ਮੇਰਾ ਐਕਸਿਸ ਹੈ ਅਤੇ ਮੇਰੇ ਕੋਲ ਇਹ ਪੁਆਇੰਟ O ਹੈ ਜਿਸ ਵਿੱਚ ਇੱਕ ਆਬਜੈਕਟ ਹੁੰਦਾ ਹੈ ਅਤੇ ਇਹ ਪਹਿਲੀ ਰਿਫਰੈਕਟਿੰਗ ਸਰਫੇਸ ਨੂੰ ਪੁਆਇੰਟ P ਤੇ ਮਿਲਦਾ ਹੈ ਅਤੇ ਫਿਰ ਅੰਦਰੂਨੀ ਤੌਰ ਤੇ ਰਿਫਰੈਕਸ਼ਨ ਹੋ ਰਿਹਾ ਹੈ, ਇਸ ਅਰਥ ਵਿੱਚ ਕਿ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਇਹਨਾਂ ਦੋਵਾਂ ਦੇ ਵਿਚਕਾਰ ਹੋਰ ਵੀ ਰਿਫਰੈਕਟਿੰਗ ਸਰਫੇਸ ਹੋ ਸਕਦੀਆਂ ਹਨ, ਪਰ ਅੰਤ ਵਿੱਚ ਜਦੋਂ ਇਹ ਸਭ ਕੁਝ ਨਾਲ ਸਮਾਪਤ ਕਰਦਾ ਹੈ ਤਾਂ ਇਹ ਇਸ ਪੁਆਇੰਟ ਤੋਂ ਸ਼ੁਰੂ ਹੁੰਦਾ ਹੈ ਅਤੇ ਇਸ ਤਰ੍ਹਾਂ ਹੇਠਾਂ ਚਲਾ ਜਾਂਦਾ ਹੈ। ਇਹਨਾਂ ਦੋਵਾਂ ਸਿਸਟਮ ਦੇ ਅੰਦਰ ਜੋ ਕੁਝ ਵੀ ਹੈ ਉਸ ਦੇ ਦੋ ਰਿਫਰੈਕਟਿੰਗ ਸਰਫੇਸ ਦੇ ਨੈਟ ਇਫੈਕਟ ਨੇ ਕਿਰਨਾਂ ਨੂੰ ਰਾਈਜ਼ ਦਿੱਤਾ ਹੈ ਜੋ ਕਿ O ਤੋਂ P ਤੱਕ ਜਾਂਦੀ ਹੈ ਅਤੇ ਦੂਜੀ ਜੋ ਕਿ Q ਤੋਂ I ਤੱਕ ਜਾਂਦੀ ਹੈ। ਮੈਂ ਇਸ ਉਚਾਈ ਨੂੰ x1 ਅਤੇ ਇਸ ਉਚਾਈ ਨੂੰ x2 ਕਹਾਂਗਾ ਅਤੇ ਸਾਨੂੰ ਦੋ ਹੋਰ ਉਚਾਈਆਂ ਦੀ ਵੀ ਲੋੜ ਹੈ, ਤਾਂ ਇਸ ਨੂੰ ਮੈਂ x ਪ੍ਰਾਈਮ ਕਹਾਂਗਾ ਅਤੇ ਇਹ x ਡਬਲ ਪ੍ਰਾਈਮ ਹੈ। ਅਤੇ ਆਓ ਅਸੀਂ ਡਿਸਟੈਂਸ ਨੂੰ ਵੀ ਪਰਿਭਾਸ਼ਿਤ ਕਰੀਏ। ਇੱਥੇ ਤੋਂ ਇੱਥੋਂ ਤੱਕ ਦਾ ਡਿਸਟੈਂਸ ਮੈਂ ਇਸ ਨੂੰ d1 ਕਹਿੰਦਾ ਹਾਂ। ਬੇਸ਼ੱਕ ਮੈਨੂੰ ਇੱਕ ਨੈਗੇਟਿਵ ਸਾਈਨ ਲਗਾਉਣ ਦੀ ਲੋੜ ਹੈ ਅਤੇ ਇਸ ਡਿਸਟੈਂਸ ਨੂੰ ਅਸੀਂ ਇਸ ਨੂੰ d2 ਕਹਿੰਦੇ ਹਾਂ। ਪਹਿਲੇ ਪੁਆਇੰਟ ਵਿੱਚ ਲੈਂਬਡਾ 1 x1 ਹੈ ਅਤੇ ਇੱਥੇ ਮੇਰੇ ਕੋਲ ਲੈਂਬਡਾ ਪ੍ਰਾਈਮ x ਪ੍ਰਾਈਮ ਲੈਂਬਡਾ ਡਬਲ ਪ੍ਰਾਈਮ x ਡਬਲ ਪ੍ਰਾਈਮ ਅਤੇ ਲੈਂਬਡਾ 2 x2 ਹਨ। ਹੁਣ ਮੈਂ ਇਹਨਾਂ ਕੈਲਕੁਲੇਸ਼ਨਸ ਨੂੰ ਵਿਸਥਾਰ ਨਾਲ ਨਹੀਂ ਪੜ੍ਹਾਂਗਾ ਕਿਉਂਕਿ ਇਹ ਲਗਭਗ ਉਸ ਨਾਲ ਮਿਲਦਾ ਜੁਲਦਾ ਹੈ ਜੋ ਅਸੀਂ ਕੀਤਾ ਸੀ। ਸਾਡੇ ਕੋਲ ਇੱਕ ਟ੍ਰਾਂਸਲੇਸ਼ਨ ਹੈ, ਫਿਰ ਰਿਫਰੈਕਸ਼ਨ ਅਤੇ ਇੱਕ ਟ੍ਰਾਂਸਲੇਸ਼ਨ ਹੈ। ਇੱਥੇ ਮੈਂ ਮੈਟ੍ਰਿਕਸ ਇਕੁਏਸ਼ਨ ਨੂੰ ਸਪਸ਼ਟ ਰੂਪ ਵਿੱਚ ਲਿਖਿਆ ਹੈ ਕਿ ਤੁਸੀਂ ਇਸ ਭਾਗ ਨੂੰ ਦੇਖ ਸਕਦੇ ਹੋ ਜੋ ਕਿ ਟ੍ਰਾਂਸਲੇਸ਼ਨ ਹੈ। ਇੱਕ ਹੋਰ ਜੋ ਟ੍ਰਾਂਸਲੇਸ਼ਨ ਹੈ ਅਤੇ ਅਸੀਂ ਲੈਂਬਡਾ 2 x2 2 ਲੈਂਬਡਾ 2 x1 ਦੇ ਰਹੇ ਹਾਂ। ਪਰ ਇਹ ਵਾਲਾ
ਮੈਂ ਇਸ ਨੂੰ ਖਾਲੀ ਛੱਡ ਦਿੱਤਾ ਹੈ, ਹੁਣ ਇਸ ਨੂੰ ਭਰਨ ਜਾ ਰਿਹਾ ਹਾਂ, ਪਰ ਜਿਵੇਂ ਕਿ ਮੈਂ ਕਿਹਾ ਹੈ ਕਿ ਇਹ ਨਿਰਧਾਰਤ ਕਰੋ ਕਿ ਇਹਨਾਂ ਦੋਵਾਂ ਕਰਵਡ ਸਰਫੇਸ ਦੇ ਵਿਚਕਾਰ ਇੱਥੇ ਸਿਸਟਮ ਦੇ ਅੰਦਰ ਕੀ ਹੁੰਦਾ ਹੈ। ਮੈਨੂੰ ਆਮ ਤੌਰ ਤੇ ਇਸ ਨੂੰ ਇਸ ਤਰ੍ਹਾਂ ਲਿਖਣ ਦਿਓ, ਤਾਂ ਤੁਸੀਂ ਇਸ ਨੂੰ ਆਪਣੇ ਸਿਸਟਮ ਮੈਟ੍ਰਿਕਸ ਦੇ ਤੌਰ ਤੇ ਸੋਚ ਸਕਦੇ ਹੋ, ਜੋ ਕਿ ਇਹਨਾਂ ਦੋਵਾਂ ਰਿਫਰੈਕਟਿੰਗ ਸਰਫੇਸ ਦੇ ਵਿਚਕਾਰ ਕੀ ਵਾਪਰਦਾ ਹੈ ਇਸ ਬਾਰੇ ਸਾਰੀ ਜਾਣਕਾਰੀ ਨੂੰ ਐਨਕੋਡ ਕਰਦਾ ਹੈ। ਇਸ ਲਈ, ਮਲਟੀਪਲੀਕੇਸ਼ਨ ਕਰਨ ਤੋਂ ਬਾਅਦ ਇਹ ਉਹ ਹੈ ਜੋ ਤੁਸੀਂ ਪ੍ਰਾਪਤ ਕਰੋਗੇ ਜੇਕਰ ਤੁਹਾਨੂੰ ਯਾਦ ਹੈ ਕਿ ਜੇਕਰ ਤੁਹਾਡਾ ਆਬਜੈਕਟ ਪਲੇਨ ਤੋਂ ਬਾਹਰ ਆ ਰਿਹਾ ਹੈ ਜਾਂ ਐਕਸਿਸ ਤੋਂ ਹੀ, ਫਿਰ x1 0 ਹੈ, ਜਿਸ ਕੇਸ ਵਿੱਚ ਇਹ ਆਖਰੀ ਟਰਮ 0 ਹੋਵੇਗੀ, ਪਰ x2 0 ਹੋਵੇਗਾ, ਜਿਸ ਕੇਸ ਵਿੱਚ ਕੰਡੀਸ਼ਨ ਇਹ ਹੈ ਕਿ ਇੱਥੇ ਇਹ ਕੁਆਂਟੀਟੀ 0 ਹੈ, ਅਤੇ ਇਹ ਰਿਲੇਸ਼ਨ ਸਾਨੂੰ ਦੱਸੇਗਾ ਕਿ d1 ਅਤੇ d2 ਕਿਸ ਤਰ੍ਹਾਂ ਸੰਬੰਧਿਤ ਹਨ। ਆਓ ਹੁਣ ਰਿਫਰੈਕਟਿੰਗ ਸਰਫੇਸ ਨੂੰ ਪਰਿਭਾਸ਼ਿਤ ਕਰੀਏ ਅਤੇ ਵੇਰਵੇ ਵੇਖੀਏ ਕਿ ਕੀ ਅਸੀਂ ਇਸ ਪਾਰਟਿਕੂਲਰ ਰਿਲੇਸ਼ਨ ਦੀ d1 ਅਤੇ d2 ਦੇ ਵਿਚਕਾਰ ਰਿਲੇਸ਼ਨ ਪ੍ਰਾਪਤ ਕਰਨ ਲਈ ਵਰਤੋਂ ਕਰ ਸਕਦੇ ਹਾਂ। ਮੇਰੇ ਕੋਲ ਇਹ ਥਿਕ ਲੈਂਸ ਹੈ, ਆਬਜੈਕਟ O ਤੇ ਹੈ, ਕਿਰਨ ਪੁਆਇੰਟ P ਤੇ ਲੈਂਸ ਨੂੰ ਹਿੱਟ ਕਰਦੀ ਹੈ, ਅਤੇ ਫਿਰ ਇਹ ਪੁਆਇੰਟ Q ਤੇ ਬਾਹਰ ਆਉਂਦੀ ਹੈ ਅਤੇ ਪੋਜੀਸ਼ਨ I ਤੇ ਇਮੇਜ ਪਲੇਨ ਹੁੰਦਾ ਹੈ। x1 ਅਤੇ x2 ਐਕਸਿਸ ਦੇ ਸੰਬੰਧ ਵਿੱਚ ਉਚਾਈਆਂ ਦੇ ਡਿਸਟੈਂਸ ਹਨ ਜੋ ਇੱਥੇ ਰੈੱਡ ਲਾਈਨ ਦੇ ਰੂਪ ਵਿੱਚ ਦਰਸਾਈਆਂ ਗਈਆਂ ਹਨ, ਅਤੇ ਲੰਬਾਈਆਂ ਦੀ ਥਿਕਨੈਸ ਇਹ ਕੁਆਂਟੀਟੀ ਹੈ ਜਿਸ ਨੂੰ ਮੈਂ t ਕਹਾਂਗਾ। ਇਸ ਤੋਂ ਇਲਾਵਾ ਮੈਨੂੰ ਇਹ ਪਰਿਭਾਸ਼ਿਤ ਕਰਨ ਦੀ ਲੋੜ ਹੈ ਕਿ ਇਹ ਡਿਸਟੈਂਸ d1 ਅਤੇ d2 ਹੈ, ਇਹ ਡਿਸਟੈਂਸ d1 ਹੋਵੇਗਾ, ਅਤੇ ਬੇਸ਼ੱਕ ਮੈਨੂੰ ਇੱਥੇ ਇੱਕ ਮਾਈਨਸ ਸਾਈਨ ਲਗਾਉਣ ਦੀ ਲੋੜ ਹੈ, ਅਤੇ ਇਹ ਡਿਸਟੈਂਸ d2 ਹੈ। ਪਦਾਰਥ ਦਾ ਰਿਫਰੈਕਟਿਵ ਇੰਡੈਕਸ μ ਹੁੰਦਾ ਹੈ, ਅਤੇ ਲੈਫਟ ਸਰਫੇਸ ਦੇ ਕਰਵੇਚਰ ਦਾ ਰੇਡੀਅਸ r1 ਹੈ ਅਤੇ ਰਾਈਟ ਸਰਫੇਸ ਦੇ ਕਰਵੇਚਰ ਦਾ ਰੇਡੀਅਸ r2 ਹੈ। ਇਸ ਲਈ ਜਿਵੇਂ ਕਿ ਤੁਸੀਂ ਦੇਖ ਸਕਦੇ ਹੋ ਕਿ ਇਸ ਦੇ 3 ਭਾਗ ਹਨ, ਇੱਕ ਟ੍ਰਾਂਸਲੇਸ਼ਨ ਹੈ ਅਤੇ ਅੰਦਰ ਰਿਫਰੈਕਸ਼ਨ ਹੈ, ਅਤੇ ਫਿਰ ਦੁਬਾਰਾ ਇੱਕ ਟ੍ਰਾਂਸਲੇਸ਼ਨ ਹੈ, ਜਿਸ ਦਾ ਮਤਲਬ ਹੈ ਕਿ ਜੇ ਮੇਰੀ ਇਮੇਜ ਪੋਜੀਸ਼ਨ ਨੂੰ x2 λ2 ਅਤੇ ਆਬਜੈਕਟ ਨੂੰ x1 λ1 ਦੁਆਰਾ ਦਰਸਾਇਆ ਗਿਆ ਹੈ, ਤਾਂ ਉਹ 3 ਮੈਟ੍ਰਿਸਿਜ਼ ਦੇ ਪ੍ਰੋਡਕਟ ਰਾਹੀਂ ਸੰਬੰਧਿਤ ਹੋਣਗੇ। ਮੈਨੂੰ ਸਿੱਧੇ ਤੌਰ ਤੇ 3 ਮੈਟ੍ਰਿਸਿਜ਼ ਦਾ ਪ੍ਰੋਡਕਟ ਲਿਖਣ ਦਿਓ। ਮੈਨੂੰ ਇਹ ਦਰਸਾਉਣ ਲਈ ਸਿੰਬਲ S ਦੀ ਵਰਤੋਂ ਕਰਨ ਦਿਓ। ਜੇ ਮੈਂ ਇਸ ਨੂੰ A ਜਨਰਲ ਮੈਟ੍ਰਿਕਸ B-A-DC ਮੰਨਦਾ ਹਾਂ ਤਾਂ ਇਹ 3 ਮੈਟ੍ਰਿਕਸ ਦੇ ਪ੍ਰੋਡਕਟ ਦੇ ਬਰਾਬਰ ਹੋਵੇਗਾ। ਇਹ ਬੇਸ਼ੱਕ ਇਸ ਪ੍ਰੋਬਲਮ ਲਈ ਮੇਰੀਆਂ ਆਪਣੀਆਂ ਕੈਲਕੁਲੇਸ਼ਨਸ ਤੋਂ ਆਉਂਦਾ ਹੈ। ਹੁਣ ਜੇ ਮੈਨੂੰ ਥਿਨ ਲੈਂਸ ਦੇ ਕੇਸ ਵਿੱਚ ਮੁਹਾਰਤ ਹਾਸਲ ਕਰਨੀ ਹੈ ਤਾਂ ਮੈਨੂੰ 0 ਤੇ ਜਾਣ ਵਾਲੀ ਥਿਕਨੈਸ t ਦੀ ਲਿਮਿਟ ਲੈਣ ਦੀ ਲੋੜ ਹੈ ਜੋ 0 ਤੇ ਹੈ, ਤਾਂ ਇਸ ਮੈਟ੍ਰਿਕਸ ਵਿੱਚ t ਨੂੰ 0 ਦੇ ਬਰਾਬਰ ਰੱਖੋ, ਅਤੇ ਤੁਹਾਨੂੰ ਇਹ ਪ੍ਰਾਪਤ ਕਰਨਾ ਚਾਹੀਦਾ ਹੈ। ਅਤੇ ਹੁਣ ਜੇ ਤੁਸੀਂ ਇਸ ਦੀ ਤੁਲਨਾ ਇੱਥੇ ਇਸ ਮੈਟ੍ਰਿਕਸ ਨਾਲ ਕਰਦੇ ਹੋ, ਤਾਂ ਤੁਸੀਂ ਲਿਖ ਸਕਦੇ ਹੋ A, B, C ਅਤੇ D ਕੀ ਹੈ। ਇਸ ਲਈ d1 ਅਤੇ d2 ਨੂੰ ਰਿਲੇਟ ਕਰਨ ਲਈ ਅਸੀਂ ਕਿਹਾ ਸੀ ਕਿ ਇਹ ਉਹ ਕੰਡੀਸ਼ਨ ਹੈ ਜਿਸ ਨੂੰ ਅਸੀਂ ਦੋ ਰਿਫਰੈਕਟਿੰਗ ਸਰਫੇਸਸ ਦੇ ਇਸ ਕੇਸ ਤੋਂ ਪ੍ਰਾਪਤ ਕੀਤਾ ਹੈ। ਜੇ ਮੈਂ ਇਸ ABCD ਵੈਲਿਊਜ਼ ਨੂੰ ਸਬਸਟੀਟਿਊਟ ਕਰਦਾ ਹਾਂ ਤਾਂ ਮੈਨੂੰ ਹੇਠਾਂ ਦਿੱਤੀ ਇਕੁਏਸ਼ਨ ਮਿਲਦੀ ਹੈ। ਅਤੇ ਹੁਣ ਜੇ ਤੁਸੀਂ P2 ਅਤੇ P1 ਲਈ ਸਬਸਟੀਟਿਊਟ ਕਰਦੇ ਹੋ, ਤਾਂ ਯਾਦ ਰੱਖੋ ਕਿ ਸਾਡੇ ਕੋਲ ਇਹ ਰਿਲੇਸ਼ਨ P1 ਅਤੇ P2 ਲਈ ਹਨ। ਹੁਣ ਮੈਨੂੰ ਸਿਰਫ ਉਹਨਾਂ ਨੂੰ ਇੱਥੇ ਲਗਾਉਣ ਦੀ ਜ਼ਰੂਰਤ ਹੈ ਜੋ ਮੈਨੂੰ ਇਸ ਕੇਸ ਵਿੱਚ ਮਿਲੇਗਾ, ਅਤੇ ਇਹ ਬਰਾਬਰ ਵਾਪਸ ਕੀਤਾ ਜਾ ਸਕਦਾ ਹੈ ਜਿਵੇਂ ਕਿ 1/d2 - 1/d1 = 1/f ਹੈ। ਇੱਕ ਵਾਰ ਫਿਰ ਇੱਕ ਨਤੀਜਾ ਹੈ ਜੋ ਅਸੀਂ ਪਹਿਲਾਂ ਹੋਰ ਵਿਚਾਰਾਂ ਤੋਂ ਪ੍ਰਾਪਤ ਕੀਤਾ ਸੀ, ਇਹ ਸਾਡੇ ਦੁਆਰਾ ਪ੍ਰਾਪਤ ਕੀਤੇ ਪਿਛਲੇ ਰਿਲੇਸ਼ਨਸ ਨਾਲ ਮੇਲ ਖਾਂਦਾ ਹੈ। ਥਿਕ ਲੈਂਸ ਦੇ ਕੇਸ ਵਿੱਚ ਮੈਂ ਪ੍ਰੋਬਲਮ ਨਹੀਂ ਕਰਾਂਗਾ, ਪਰ ਤੁਹਾਨੂੰ ਪੂਰੇ ਇਕੁਏਸ਼ਨ ਤੇ ਵਾਪਸ ਜਾਣ ਦੀ ਲੋੜ ਹੈ ਜੋ ਕਿ ਇਹ ਹੈ। ਤੁਸੀਂ ਲਿਮਿਟ t goes to 0 ਲੈ ਸਕਦੇ ਹੋ। ਇਸ ਨੂੰ ਇਸੇ ਤਰ੍ਹਾਂ ਰੱਖੋ
A, B, C ਅਤੇ D ਦੀ ਪਛਾਣ ਕਰੋ ਅਤੇ ਫਿਰ ਉਹਨਾਂ ਨੂੰ ਇਸ ਇਕੁਏਸ਼ਨ ਵਿੱਚ ਸਬਸਟੀਟਿਊਟ ਕਰੋ ਅਤੇ ਤੁਹਾਨੂੰ D1 ਅਤੇ D2 ਦੇ ਵਿਚਕਾਰ ਰਿਲੇਸ਼ਨ ਪ੍ਰਾਪਤ ਕਰਨ ਦੇ ਯੋਗ ਹੋਣਾ ਚਾਹੀਦਾ ਹੈ। AS ਜੋ ਕਿ ਥਿਨ ਲੈਂਸ ਲਈ ਸਿਸਟਮ ਮੈਟ੍ਰਿਕਸ ਦੀ ਕਿਸਮ ਹੈ ਜਿਸ ਨੂੰ ਫੋਕਲ ਲੈਂਥਸ ਜਾਂ ਫੋਕਸ ਦੇ ਰੂਪ ਵਿੱਚ ਦੁਬਾਰਾ ਲਿਖਿਆ ਜਾ ਸਕਦਾ ਹੈ। ਧਿਆਨ ਦਿਓ ਕਿ 1/2 - 1/D1 = F ਹੈ, ਜੋ ਕਿ ਇੱਥੇ ਦੀ ਕੁਆਂਟੀਟੀ ਦੇ ਬਰਾਬਰ ਹੈ। ਇਸ ਇਕੁਏਸ਼ਨ ਜਾਂ ਮੈਟ੍ਰਿਕਸ ਨੂੰ 1 - 1/F 0 ਅਤੇ 1 ਦੇ ਰੂਪ ਵਿੱਚ ਲਿਖਿਆ ਜਾ ਸਕਦਾ ਹੈ। ਮੈਂ ਮੈਟ੍ਰਿਕਸ ਮੈਥਡਸ ਦੀ ਇਸ ਚਰਚਾ ਨੂੰ ਇੱਥੇ ਇਹਨਾਂ ਉਦਾਹਰਨਾਂ ਨਾਲ ਸਮਾਪਤ ਕਰਾਂਗਾ। ਪਰ ਇੱਥੇ ਸੈਂਟਰਲ ਆਈਡੀਆ ਇਹ ਹੈ ਕਿ ਪਛਾਣ ਕਰੋ ਕਿ ਆਉਣ ਵਾਲੀ ਕਿਰਨ ਅਤੇ ਬਾਹਰ ਜਾਣ ਵਾਲੀ ਕਿਰਨ ਦੇ ਵਿਚਕਾਰ ਕੀ ਹੋ ਰਿਹਾ ਹੈ, ਅਤੇ ਸਿਰਫ ਇਸ ਗੱਲ ਤੇ ਨਿਰਭਰ ਕਰਦੇ ਹੋਏ ਕਿ ਦੋਵਾਂ ਨੂੰ ਰਿਲੇਟ ਕਰੋ ਕਿ ਕਿੰਨੇ ਵੀ ਰਿਫਲੈਕਸ਼ਨ ਅਤੇ ਟਰਾਂਸਲੇਸ਼ਨ ਹੋਏ ਹੋਣ। ਤੁਸੀਂ ਜਾਣਦੇ ਹੋ ਕਿ ਉਹਨਾਂ ਵਿੱਚੋਂ ਹਰੇਕ ਦੇ ਅਨੁਸਾਰੀ ਮੈਟ੍ਰਿਸਿਜ਼ ਹਨ। ਉਹਨਾਂ ਨੂੰ ਇਕੱਠਿਆਂ ਮਲਟੀਪਲਾਈ ਕਰੋ ਜੋ ਕਿ ਤੁਹਾਡਾ ਸਿਸਟਮ ਮੈਟ੍ਰਿਕਸ ਹੋਵੇਗਾ ਅਤੇ ਫਿਰ ਉਹਨਾਂ ਕੰਡੀਸ਼ਨਸ ਦੀ ਵਰਤੋਂ ਕਰਦੇ ਹੋ ਜਿੱਥੇ ਇਮੇਜ ਸ਼ੁਰੂ ਹੁੰਦੀ ਹੈ, ਜਿੱਥੇ ਆਬਜੈਕਟ ਸ਼ੁਰੂ ਹੁੰਦਾ ਹੈ ਅਤੇ ਇਮੇਜ ਪ੍ਰਾਪਤ ਕੀਤਾ ਜਾਂਦਾ ਹੈ। ਤੁਸੀਂ ਅੰਤ ਵਿੱਚ x2 ਅਤੇ x1 ਨਾਲ ਰਿਲੇਟ ਕਰ ਸਕਦੇ ਹੋ ਅਤੇ ਕੁਆਂਟੀਟੀਜ਼ ਪ੍ਰਾਪਤ ਕਰ ਸਕਦੇ ਹੋ, ਜਿਵੇਂ ਕਿ ਮੈਗਨੀਫਿਕੇਸ਼ਨ ਆਦਿ।